अस्सलाम वालेकुम मेरे दोस्त और भाइयों। अज तो मैं जी मैं गल सुना लगा ना सच्चाई के बारे में थोड़ी जी। अगर बंदा थोड़ा जहा सच्चाई से डट जाए ना तो किसी शय की कमी नहीं आती। एक मेरी गल याद रखा जे, वक्त जड़ा ना बड़ा जालम है। एक गल अपने ज़हन च भी रखा जे कि जिंदगी ते मौत ये मेरे सोहने अल्लाह की जात के कोल है। ਇਹਦਾ कोई और दूजा बंदा फैसला नहीं कर सकता। एक पिंड च ना एक नौजवान रहिंदा सी, ਉਹਦਾ नाम सी, वो गरीब सी थोड़ा जिहा। ਉੱਥੇ ਦਾ ਇੱਕ ਜ਼ਿਮੀਂਦਾਰ ਸੀ, ਉਹਨੂੰ ਕੰਮ ਲਹਾਉਣ ਆਉਂਦੇ ਸਨ। ਉਹ ਲੋਕਾਂ ਕੋਲੋਂ ਧੋਖੇਦਹੀ ਨਾਲ, ਫਰਾਡ ਨਾਲ ਜ਼ਮੀਨਾਂ ਦੇ ਕਬਜ਼ੇ ਕਰ ਲੈਂਦਾ ਸੀ। ਤਾਕਤਵਰ ਸੀ, ਲੋਕ ਉਹਦੇ ਤੋਂ ਡਰਦੇ ਸਨ। ਪੁਰਾਣੇ ਵਕਤਾਂ 'ਚ ਨਾ ਲੋਕ ਥੋੜ੍ਹੇ ਜਿਹੇ ਹੋਰ ਟਾਈਪ ਦੇ ਹੁੰਦੇ ਸਨ। ਹੁਣ ਤਾਂ ਮਾਸ਼ਾਅੱਲਾ ਮਾਸ਼ਰੇ ਦੇ ਵਿੱਚ ਬੜੀ ਤਬਦੀਲੀ ਹੈ। ਉਸ ਤਬਦੀਲੀ ਦੇ ਬਾਰੇ ਵੀ ਥੋੜ੍ਹਾ ਜਿਹਾ ਤੁਹਾਨੂੰ ਮੈਂ ਅੱਗੇ ਦੱਸਾਂਗਾ। ਉਹ ਇੱਕ ਦਿਨ ਉਹ ਜ਼ਿਮੀਂਦਾਰ ਆਮਦ ਦੇ ਪਿਓ ਨੂੰ ਬੁਲਾ ਕੇ ਨਾ ਉਹਦੀ ਜ਼ਮੀਨ ਖੋਹ ਲੈਂਦਾ, ਮਾਰ ਡਰਾ ਕੇ, ਬੱਚਿਆਂ ਦਾ ਡਰਾ ਪਾ ਕੇ ਉਹਨਾਂ ਪਰਾਂ ਕਰਕੇ ਆਪਣੇ ਨਾਂ ਜ਼ਮੀਨ ਲਿਖਾ ਲੈਂਦਾ। ਜਿਹੜਾ ਉਹਦਾ ਪੁੱਤਰ ਆਮਦ ਹੁੰਦਾ ਨਾ, ਉਹ ਇੱਕ ਫੈਸਲਾ ਕਰ ਲੈਂਦਾ ਹੈ ਕਿ ਜ਼ਿੰਦਗੀ ਮੌਤ ਤੇ ਮੇਰੇ ਅੱਲਾਹ ਤਾਲਾ ਦੀ ਜ਼ਾਤ ਦੇ ਹੱਥ 'ਚ ਹੈ। ਇਹ ਕੌਣ ਹੁੰਦਾ ਸਾਡੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਵਾਲਾ। ਉਹਨੇ ਹੀਰ ਆਪਣਾ ਇਹ ਫੈਸਲਾ ਕਰ ਲਿਆ ਕਿ ਮੈਂ ਖਾਮੋਸ਼ ਨਹੀਂ ਰਹਿਣਾ, ਮੈਂ ਆਪਣੇ ਹੱਕ ਵਾਸਤੇ ਆਵਾਜ਼ ਉਠਾਉਣੀ ਹੈ। ਉਹਨੇ ਸੋਚਿਆ ਜੇ ਅੱਜ ਖਾਮੋਸ਼ ਹੋ ਗਿਆ ਨਾ ਤੇ ਜ਼ਿੰਦਗੀ ਭਰ ਰੋਣ ਨਾਲੋਂ ਬਿਹਤਰ ਹੈ ਕਿ ਮੌਤ। ਉਹਨੇ ਜਦੋਂ ਇੱਕ ਫੈਸਲਾ ਕਰ ਲਿਆ ਕਿ ਮੈਂ ਆਪਣਾ ਹੱਕ ਆਪਣਾ ਵਾਪਸ ਲੈ ਕੇ ਛੱਡਣਾ, ਉਸ ਮੁੰਡੇ ਦੀ ਦਲੇਰੀ ਫਿਰ ਉਹਨੇ ਉਸੇ ਕਾਮਲ ਖਾਨ ਜਿਹੜਾ ਜ਼ਿਮੀਂਦਾਰ ਸੀ ਨਾ, ਇੱਕ ਚੌਂਕ ਦੇ ਵਿੱਚ ਉਹਦਾ ਜ਼ੁਲਮ ਦੇ ਬਾਰੇ ਸਾਰਿਆਂ ਨਾਲ ਗੱਲ ਉੱਚੀ ਉੱਚੀ ਬੋਲਣ ਲੱਗ ਪਿਆ। ਸਾਰੇ ਲੋਕ ਉਹਦੀ ਆਵਾਜ਼ ਸੁਣ ਕੇ ਹੌਲੀ ਹੌਲੀ ਬਾਹਰ ਨਿਕਲਣ ਲੱਗ ਪਏ। ਜਿਹੜੇ ਉਹਨਾਂ ਵੇਖਿਆ ਕਿ ਆਮਦ ਜਿਹੜਾ ਮੁੰਡਾ ਹੈ ਉਹ ਤਾਂ ਯਾਰ ਬਗੈਰ ਡਰਿਓ ਚੱਕਿਓ ਸਾਰਾ ਕੁਝ ਚੌਧਰੀ ਦੇ ਖਿਲਾਫ ਬੋਲਦਾ ਪਿਆ, ਅਸੀਂ ਕਿਉਂ ਖਾਮੋਸ਼ ਬੈਠੇ ਹਾਂ। ਉਹਦੇ ਨਾਲ ਹੋਰ 10 ਜੀ ਰਲ ਗਏ। ਜਿਹੜੇ ਉਹਦੇ ਨਾਲ ਹੋਰ 10 ਜੀ ਰਲ ਗਏ, ਉਹਨੇ ਫੈਸਲਾ ਕੀਤਾ ਕਿ ਮੈਂ ਆਪਣਾ ਮੁਕੱਦਮਾ ਜਿਹੜਾ ਹੈ ਨਾ ਉਹ ਅਦਾਲਤ 'ਚ ਲੜਾਂਗਾ। ਸਾਰੀ ਗੱਲ ਉਹਨੂੰ ਦਲੇਰੀ ਹੋ ਗਈ ਕਿ ਹੁਣ ਮੇਰੇ ਨਾਲ ਹੋਰ ਵੀ 10-15 ਲੋਕ ਜੀ ਰਲ ਗਏ ਨੇ, ਤੇ ਉਹਨੇ ਆਖਿਆ ਹੁਣ ਮੈਂ ਆਪਣੇ ਹੱਕ ਜਿਹੜਾ ਨਾ ਬਾਪ ਨੂੰ ਵਾਪਸ ਲੈ ਕੇ ਦੇਣਾ। ਹੀਰੋ ਕਰਦਾ ਕੀ ਹੈ, ਅਦਾਲਤ ਟੁੱਟ ਜਾਂਦਾ, ਚੰਦ ਲੋਕ ਉਹਦੇ ਨਾਲ ਉਹਦੇ ਗਵਾਹ ਬਣ ਜਾਂਦੇ ਨੇ ਜਿਨ੍ਹਾਂ 'ਤੇ ਪਹਿਲਾਂ ਉਸ ਚੌਧਰੀ ਨੇ ਜ਼ੁਲਮ ਕੀਤਾ ਸੀ। ਖੈਰ ਅਦਾਲਤ 'ਤੇ ਕੇਸ ਟੁੱਟ ਜਾਂਦਾ। ਉਹ ਤਾਕਤਵਰ ਜਿਹੜਾ ਚੌਧਰੀ ਹੁੰਦਾ ਉਹਨੂੰ ਅਦਾਲਤ ਬੁਲਾ ਲੈਂਦੀ ਹੈ।
ਜਦੋਂ ਅਦਾਲਤ ਬੁਲਾ ਲੈਂਦੀ ਹੈ ਤੇ ਉਹ ਫੈਸਲਾ ਸੁਣਾ ਕੇ ਸੁਣਦੀ ਹੈ ਦੋਵਾਂ ਅਫਰੀਕਾਂ ਦੀ ਗੱਲ, ਤੇ ਫੈਸਲਾ ਉਹਨੂੰ ਦੇ ਕੇ ਹੋ ਜਾਂਦਾ ਹੈ। ਗੱਲ ਮੁੱਥਰ ਜੀ ਹੈ, ਲੇਕਿਨ ਇਹਦੀ ਅਹਿਮੀਅਤ ਨੂੰ ਤੁਸੀਂ ਥੋੜ੍ਹਾ ਜਿਹਾ ਸਮਝੋ ਦੇ ਨਾ ਤਾਂ ਤੁਹਾਨੂੰ ਸਮਝ ਆ ਜਾਏਗੀ। ਅਗਰ ਉਹ ਹੀ ਲੜਕਾ ਖਾਮੋਸ਼ ਰਹਿੰਦਾ, ਉਹ ਵੀ ਚੁੱਪ ਕਰ ਜਾਂਦਾ ਦੂਜੇ ਲੋਕਾਂ ਦੀ ਤਰ੍ਹਾਂ, ਤੇ ਸੱਚਾਈ ਦਾ ਦਮ ਘੁੱਟ ਜਾਣਾ ਸੀ। ਕਿਸੇ ਨੇ ਉਹਦੇ ਖਿਲਾਫ ਬੋਲਣਾ ਨਹੀਂ ਸੀ। ਮੇਰਾ ਅੱਜ ਦੇ ਮੌਜੂ ਦੇ ਉੱਤੇ ਗੱਲ ਕਰਨ ਦਾ ਮਕਸਦ ਇਹ ਹੈ ਕਿ ਅਸੀਂ ਲੋਕ ਜਿਹੜੇ ਆ ਨਾ, ਮੌਤ ਤੋਂ ਡਰਦਿਆਂ, ਜ਼ੁਲਮ ਤੋਂ ਡਰਦਿਆਂ ਖਾਮੋਸ਼ ਹੋ ਕੇ ਅੰਦਰਾਂ 'ਚ ਬੈਠੇ ਰਹਿੰਦੇ ਹਾਂ। ਅਸੀਂ ਬਾਹਰ ਨਹੀਂ ਨਿਕਲਦੇ। ਹੀਰ ਸਾਡੇ ਨਾਲ ਕੀ ਇਹੋ ਕੁਝ ਹੋਣਾ ਹੈ ਕਿ ਹਰ ਇੱਕ ਨੇ ਸਾਡੇ 'ਤੇ ਜ਼ੁਲਮ ਜ਼ਿਆਦਤੀ ਕਰਦਿਆ ਰਹਿਣਾ। ਅਤੇ ਹਮੇਸ਼ਾ ਇਨਸਾਨ ਨੂੰ ਸੱਚਾਈ ਦੇ ਉੱਤੇ ਖਲੋ ਜਾਣਾ ਚਾਹੀਦਾ, ਪਿੱਛਾ ਨਹੀਂ ਹਟਣਾ ਚਾਹੀਦਾ, ਕਿਉਂਕਿ ਜ਼ਿੰਦਗੀ ਮੌਤ ਜਿਹੜੀ ਹੈ ਨਾ, ਉਹ ਸਿਰਫ ਮੇਰੇ ਅੱਲਾ ਦੀ ਜ਼ਾਤ ਦੀ ਕੋਲ ਹੈ, ਕੋਈ ਕਿਸੇ ਹੋਰ ਕੋਲ ਨਹੀਂ। ਸਾਡੇ ਮਾਣ ਕਮਜ਼ੋਰ ਹੋ ਗਏ ਨੇ, ਅਸੀਂ ਅੱਲਾ ਦੀ ਜ਼ਾਤ 'ਤੇ ਭਰੋਸਾ ਛੱਡ ਕੇ ਲੋਕਾਂ 'ਤੇ ਜ਼ਿਆਦਾ ਭਰੋਸਾ ਕਰਨ ਲੱਗ ਪਏ ਹਾਂ, ਜਿਹਦੀਆਂ ਸਜ਼ਾਵਾਂ ਅਸੀਂ ਮੁਖਤਲਿਫ ਜ਼ਾਬਾਂ ਤਹਿਤ ਭੁਗਤਨੇ ਹਾਂ। ਇੱਜ਼ਤ, ਜ਼ਿਲਤ, ਸ਼ੋਹਰਤ, ਰਿਜ਼ਕ, ਮੌਤ, ਇਹ ਮੇਰੇ ਅੱਲਾ ਦੇ ਸੋਹਣੇ ਦੇ ਕੋਲ ਹੈ। ਜੇ ਮੰਗਣਾ ਤਾਂ ਉਹਦੀ ਜ਼ਾਤ ਕੋਲ ਮੰਗੋ, ਬੰਦੇ ਦੇ ਦਿੱਤਿਆਂ ਫਕੀਰ ਨਾ ਬਣੋ। ਉਮੀਦਾਂ ਰੱਖਣੀਆਂ ਨੇ ਤੇ ਉਹਦੀ ਜ਼ਾਤ 'ਤੇ ਰੱਖੋ। ਅਗਰ ਤੁਸੀਂ ਕਿਸੇ ਸੱਚਾਈ 'ਤੇ ਖਲੋਤੇ ਹੋ ਤਾਂ ਖਲੋਤੇ ਰਹੋ, ਮੌਤ ਤੋਂ ਡਰ ਕੇ ਤੋਂ ਪਿੱਛਾ ਨਾ ਹਟੋ। ਅੱਜ ਦੇ ਮੌਜੂਦ ਇਸੇ ਦੇ ਟਾਪਿਕ ਦੇ ਨਾਲ ਮੈਂ ਇਜਾਜ਼ਤ ਚਾਹੁੰਦਾ ਵਾਂ। ਮੇਰਾ ਪੰਜਾਬ TV PK ਬਣਾਉਣ ਦਾ ਮਕਸਦ ਇਹ ਹੈ ਕਿ ਤੁਹਾਨੂੰ ਕੋਈ ਨਾ ਕੋਈ ਗੱਲ ਚੰਗੀ ਸੁਣਾਉਂਦੇ ਰਹੀਏ। ਮੇਰੀ ਵੀਡੀਓ ਜੇ ਚੰਗੀ ਲੱਗੀ ਹੋਵੇ ਤੁਹਾਨੂੰ, ਇਹਨੂੰ ਸ਼ੇਅਰ ਜ਼ਰੂਰ ਕਰ ਦਿਆ ਜੇ, ਉਹਨਾਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਜੇ। ਅੱਲਾ ਹਾਫਿਜ਼।